ਹੈਲੋ, ਸਾਡੇ NPTEL ਆਨਲਾਈਨ ਪ੍ਰਮਾਣੀਕਰਨ ਕੋਰਸਾਂ ਵਿੱਚ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਤੁਹਾਡਾ ਸਵਾਗਤ ਹੈ। ਮੈਂ ਮਕੈਨੀਕਲ ਇੰਜੀਨੀਅਰਿੰਗ IIT ਖੜਗਪੁਰ ਤੋਂ ਰਾਜਾਰਾਮ ਲੱਕਾਰਾਜੂ ਹਾਂ। ਖਾਸ ਤੌਰ ਤੇ ਕੋਨਿਕ ਭਾਗਾਂ ਤੇ ਧਿਆਨ ਕੇਂਦਰਿਤ ਕਰਦੇ ਹੋਏ, ਅਸੀਂ ਮੋਡਿਊਲ ਨੰਬਰ 2, ਲੈਕਚਰ ਨੰਬਰ 11 ਵਿੱਚ ਹਾਂ। ਸਾਡੀਆਂ ਸਟੈਂਡਰਡ ਪਾਠ ਪੁਸਤਕਾਂ ND ਪਟ ਹਨ ਅਤੇ ਠੋਸ ਕਾਰਜਾਂ ਦੀ ਇੰਟਰੋਡਕਸ਼ਨ ਓਨਵੋਬਲੂ ਦੁਆਰਾ ਹੈ। ਇਸ ਲਈ ਸਭ ਤੋਂ ਪਹਿਲਾਂ ਆਓ ਦੇਖੀਏ ਕਿ ਕੋਨਿਕ ਸੈਕਸ਼ਨ ਕੀ ਹੈ। ਆਓ ਅਸੀਂ ਇੱਕ ਰਾਈਟ ਸਰਕਿਊਲਰ ਕੋਨ ਲੈਂਦੇ ਹਾਂ। ਜੇ ਅਸੀਂ ਇੱਕ ਰੇਖਾ ਦੇ ਸਿਖਰ ਤੋਂ ਸੁੱਟਦੇ ਹਾਂ, ਤਾਂ ਇਹ ਆਧਾਰ ਉੱਤੇ ਲੰਬਵਤ ਰੇਖਾ ਬਣਾਉਂਦਾ ਹੈ। ਆਓ ਇਹ ਡਰਾ ਕਰੀਏ। ਇਸ ਲਈ ਜੇ ਮੈਂ ਇੱਕ ਕੋਣ ਲੈ ਰਿਹਾ ਹਾਂ, ਤਾਂ ਆਮ ਤੌਰ ਤੇ ਡਰਾਇੰਗ ਅਭਿਆਸ ਵਿੱਚ ਵਸਤੂ ਦੇ ਪਿੱਛੇ ਕੋਈ ਵੀ ਚੀਜ਼ ਜੋ ਸਿੱਧੇ ਤੌਰ ਤੇ ਦਿਖਾਈ ਨਹੀਂ ਦਿੰਦੀ, ਅਸੀਂ ਇਸ ਨੂੰ ਡੈਸ਼ਡ ਲਾਈਨਾਂ ਦੁਆਰਾ ਦਿਖਾਉਂਦੇ ਹਾਂ। ਇਸ ਲਈ ਇਹ ਇੰਜੀਨੀਅਰਿੰਗ ਡਰਾਇੰਗ ਵਿੱਚ ਇੱਕ ਮਿਆਰੀ ਸੰਮੇਲਨ ਹੈ। ਇਹ ਲਾਈਨ, ਜੇ ਅਸੀਂ ਕਿਸੇ ਕੋਣ ਦੇ ਸਾਹਮਣੇ ਵਾਲੇ ਦ੍ਰਿਸ਼ ਤੋਂ ਦੇਖ ਰਹੇ ਹਾਂ ਤਾਂ ਇਹ ਦਿਸਦਾ ਹੈ, ਅਤੇ ਜੇਕਰ ਇਹ ਅਪਾਰਦਰਸ਼ੀ ਕਿਸਮ ਦੀ ਵਸਤੂ ਹੈ ਤਾਂ ਇਹ ਦਿਖਾਈ ਨਹੀਂ ਦੇ ਸਕਦੀ। ਜੇ ਇਹ ਪਾਰਦਰਸ਼ੀ ਹੈ, ਤਾਂ ਦਿਖਾਈ ਦੇ ਸਕਦਾ ਹੈ। ਉਸ ਸਥਿਤੀ ਵਿੱਚ ਅਸੀਂ ਇਸ ਨੂੰ ਡੈਸ਼ਡ ਲਾਈਨਾਂ ਦੁਆਰਾ ਦਿਖਾਵਾਂਗੇ। ਇਸ ਲਈ ਕਿਸੇ ਵੀ ਅਦਿੱਖ ਕਿਸਮ ਦੀ ਚੀਜ਼ ਅਤੇ ਵਸਤੂ ਮੌਜੂਦ ਹੈ, ਅਸੀਂ ਇਸ ਨੂੰ ਡੈਸ਼ਡ ਲਾਈਨਾਂ ਦੁਆਰਾ ਦਿਖਾਉਂਦੇ ਹਾਂ। ਅਤੇ ਇਹ ਸਿਖਰ ਹੈ। ਜੇ ਅਸੀਂ ਸਿਖਰ ਤੋਂ ਇੱਕ ਲੰਬਵਤ ਅਤੇ ਆਮ ਤੌਰ ਤੇ ਕੇਂਦਰ ਲਾਈਨਾਂ ਨੂੰ ਸੁੱਟ ਰਹੇ ਹਾਂ ਜੋ ਅਸੀਂ ਡੈਸ਼ਡ ਡੋਟ ਪਰੰਪਰਾ ਦੁਆਰਾ ਦਰਸਾਉਂਦੇ ਹਾਂ। ਇਸ ਲਈ ਇਹ ਆਧਾਰ ਦੇ ਨਾਲ ਇਹ ਲੰਬਵਤ ਕੋਣ ਬਣਾਉਂਦਾ ਹੈ। ਇਸ ਦਾ ਮਤਲਬ ਹੈ ਕਿ ਇਹ 90 ਡਿਗਰੀ ਹੈ। ਅਜਿਹੇ ਕੋਣ ਨੂੰ ਰਾਈਟ ਸਰਕਿਊਲਰ ਕੋਣ ਕਹਿੰਦੇ ਹਨ। ਕੁਝ ਮਾਮਲਿਆਂ ਵਿੱਚ ਕੋਣ ਨਾਨ ਰਾਈਟ ਸਰਕਿਊਲਰ ਹੋ ਸਕਦੇ ਹਨ। ਇਸ ਦਾ ਮਤਲਬ ਹੈ ਕਿ ਆਓ ਇੱਕ ਚੱਕਰ ਬਣਾਈਏ। ਤੁਹਾਡਾ ਕੋਣ ਆਧਾਰ ਇਸ ਤਰ੍ਹਾਂ ਹੋ ਸਕਦਾ ਹੈ। ਇਸ ਲਈ ਇਹ ਜੇ ਸਿਖਰ ਤੋਂ ਚੱਕਰ ਦੇ ਕੇਂਦਰ ਤੱਕ ਹਰ ਤਰ੍ਹਾਂ ਨਾਲ ਜੇਕਰ ਅਸੀਂ ਜੁੜ ਰਹੇ ਹਾਂ, ਤਾਂ ਇਹ 90 ਡਿਗਰੀ ਨਹੀਂ ਹੋ ਸਕਦਾ। ਇਹ ਇੱਕ ਕੋਣ ਅਲਫਾ ਬਣਾਉਂਦਾ ਹੈ। ਇਸ ਤਰ੍ਹਾਂ ਦੇ ਕੋਣ ਰਾਈਟ ਸਰਕਿਊਲਰ ਕੋਣ ਕਹੇ ਜਾਂਦੇ ਹਨ ਅਤੇ ਇਹਨਾਂ ਨੂੰ ਆਮ ਤੌਰ ਤੇ ਕੋਣ ਨਾਮ ਦਿੱਤਾ ਜਾਂਦਾ ਹੈ। ਆਓ ਇਹ ਪਲੇਨ ਲੈਂਦੇ ਹਾਂ। ਕੋਣ ਵਿੱਚੋਂ ਲੰਘਣਾ ਇੱਕ ਚਾਕੂ ਲੈਣ ਵਾਂਗ ਹੈ। ਅਸੀਂ ਉਸ ਭਾਗ ਤੇ ਕੋਣ ਨੂੰ ਸ਼ਾਇਦ ਕੱਟ ਸਕਦੇ ਹਾਂ। ਇਸ ਲਈ ਕੋਣ ਨੂੰ ਖਿਤਿਜੀ ਦਿਸ਼ਾ ਵਿੱਚ ਕੱਟ ਕੇ ਕੋਈ ਇਸ ਨੂੰ ਬਣਾ ਸਕਦਾ ਹੈ। ਇਸੇ ਤਰ੍ਹਾਂ ਕੋਈ ਵੀ ਇਸ ਕੋਣ ਨੂੰ ਉਸ ਲੇਟਵੇਂ ਸਥਾਨ ਤੋਂ ਕਿਤੇ ਦੂਰ ਕੱਟ ਸਕਦਾ ਹੈ। ਇਸ ਦਾ ਮਤਲਬ ਹੈ ਇੱਕ ਝੁਕਾਅ ਕੋਣ ਅਲਫਾ ਨਾਲ ਕਿ ਅਸੀਂ ਅਸਲ ਵਿੱਚ ਇੱਕ ਟੁਕੜਾ ਵੀ ਬਣਾ ਸਕਦੇ ਹਾਂ। ਦੋਹਾਂ ਸਥਿਤੀਆਂ ਵਿੱਚ, ਜੇ ਅਸੀਂ ਉੱਪਰਲੇ ਹਿੱਸੇ ਨੂੰ ਹਟਾ ਰਹੇ ਹਾਂ, ਤਾਂ ਸਾਨੂੰ ਵੱਖ-ਵੱਖ ਕਿਸਮ ਦੇ ਕਰਵ ਮਿਲਣਗੇ। ਉਦਾਹਰਨ ਲਈ, ਉਸੇ ਕੋਣ ਲਈ ਰਾਈਟ ਸਰਕਿਊਲਰ ਕੋਣ, ਜੇ ਅਸੀਂ ਇੱਕ ਕੱਟ ਸੈਕਸ਼ਨ ਬਣਾ ਰਹੇ ਹਾਂ ਤਾਂ ਆਮ ਤੌਰ ਤੇ ਕੱਟ ਸੈਕਸ਼ਨ ਦਿਖਾਏ ਜਾਂਦੇ ਹਨ। ਜੇ ਅਸੀਂ ਸਲਾਈਸਿੰਗ ਵਰਗੀ ਕੋਈ ਚੀਜ਼ ਬਣਾ ਰਹੇ ਹਾਂ ਜਾਂ ਜੋ ਵੀ, ਅਸੀਂ ਇਸ ਨੂੰ ਲੰਬੀਆਂ ਅਤੇ ਮੋਟੀਆਂ ਡੈਸ਼ਡ ਲਾਈਨਾਂ ਦੁਆਰਾ ਦਿਖਾਉਂਦੇ ਹਾਂ, ਜੋ ਸੰਕੇਤ ਕਰਦਾ ਹੈ ਕਿ ਸ਼ਾਇਦ ਇੱਕ ਸੈਕਸ਼ਨ ਹੋ ਸਕਦਾ ਹੈ। ਆਮ ਤੌਰ ਤੇ ਇਹ ਖਤਮ ਹੁੰਦਾ ਹੈ। ਅਸੀਂ ਇਸ ਨੂੰ ਕੁਝ ਇੱਕ ਚਿੰਨ੍ਹ ਐਕਸ ਵਾਂਗ ਦਿਖਾਉਂਦੇ ਹਾਂ, ਭਾਵ ਇਹ ਪਲੇਨ ਦੀ ਇੱਕ ਕਿਸਮ ਹੈ ਜਿਸ ਨੂੰ ਅਸੀਂ ਟੁਕੜਾ ਕਰਨ ਜਾ ਰਹੇ ਹਾਂ, ਸੈਕਸ਼ਨ ਨੂੰ ਕੱਟਦੇ ਅਤੇ ਦ੍ਰਿਸ਼ ਦਿਖਾਉਂਦੇ ਹਾਂ। ਇਸ ਲਈ ਜੇ ਅਸੀਂ ਬਿਨਾਂ ਕਿਸੇ ਕੱਟੇ ਹੋਏ ਭਾਗਾਂ ਦੇ ਇੱਕ ਕੋਣ ਨੂੰ ਸਭ ਤਰ੍ਹਾਂ ਉੱਪਰ ਤੋਂ ਇੱਕ ਦ੍ਰਿਸ਼ ਦੇਖ ਰਹੇ ਹਾਂ ਤਾਂ ਸ਼ਾਇਦ ਇਹ ਇੱਕ ਚੱਕਰ ਵਰਗਾ ਦਿਖਾਈ ਦੇ ਸਕਦਾ ਹੈ। ਇਸ ਕਿਸਮ ਦੇ ਦ੍ਰਿਸ਼ ਜਿਸ ਨੂੰ ਅਸੀਂ ਸਿਖਰ ਤੋਂ ਕਹਿ ਰਹੇ ਹਾਂ, ਅਸੀਂ ਇਸ ਨੂੰ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਨੂੰ ਅਸੀਂ ਟੌਪ ਵਿਊ ਕਹਿੰਦੇ ਹਾਂ। ਅਸੀਂ ਸੈਕਸ਼ਨ ਦੇ ਬਾਅਦ ਦੇ ਭਾਗ ਵਿੱਚ ਇਹਨਾਂ ਦ੍ਰਿਸ਼ਾਂ ਬਾਰੇ ਹੋਰ ਸਿੱਖਾਂਗੇ ਅਤੇ ਇਹ ਬਿੰਦੂ ਨੋਕ ਅਸੀਂ ਇਸ ਨੂੰ ਕੁਝ ਇਸ ਤਰ੍ਹਾਂ ਵੇਖਾਂਗੇ। ਇਹੀ ਹੈ ਜਿਸ ਨੂੰ ਅਸੀਂ ਸਾਹਮਣੇ ਦਾ ਦ੍ਰਿਸ਼ ਕਹਿੰਦੇ ਹਾਂ।
ਸਾਹਮਣੇ ਵਾਲੇ ਪਾਸੇ ਤੋਂ ਅਸੀਂ ਇਸ ਨੂੰ ਦੇਖ ਰਹੇ ਹਾਂ, ਅਤੇ ਜੇ ਅਸੀਂ ਕੋਣ ਨੂੰ ਉੱਪਰ ਤੋਂ ਦੇਖ ਰਹੇ ਹਾਂ ਤਾਂ ਇਹ ਇੱਕ ਚੱਕਰ ਵਰਗਾ ਦਿਖ ਸਕਦਾ ਹੈ। ਆਓ ਅਸੀਂ ਇੱਕ ਭਾਗ x ਲਈਏ, ਇਸ ਨੂੰ ਸਲਾਈਸ ਕਰੋ। ਇਸ ਉੱਪਰਲੇ ਹਿੱਸੇ ਨੂੰ ਹਟਾ ਦਿਓ, ਤਾਂ ਕਿ ਜੇ ਅਸੀਂ ਉਸ ਉੱਪਰਲੇ ਹਿੱਸੇ ਨੂੰ ਹਟਾ ਦਈਏ ਤਾਂ ਸ਼ਾਇਦ ਇਸ ਹਿੱਸੇ ਨੂੰ ਅਸੀਂ ਭਾਗ x ਦੁਆਰਾ ਹਟਾ ਦਿੱਤਾ ਹੈ, ਅਤੇ ਬਾਕੀ ਬਚਿਆ ਹਿੱਸਾ ਸ਼ਾਇਦ ਉੱਥੇ ਹੀ ਰੱਖ ਦਿੱਤਾ ਹੈ। ਇਸ ਲਈ ਜੇ ਅਸੀਂ ਇਸ ਕੋਣ ਲਈ ਦੁਬਾਰਾ ਚੋਟੀ ਦੇ ਦ੍ਰਿਸ਼ ਤੋਂ ਦੇਖ ਰਹੇ ਹਾਂ, ਤਾਂ ਇਹ ਹਿੱਸਾ ਅਸੀਂ ਇਸ ਨੂੰ ਇੱਕ ਚੱਕਰ ਵਾਂਗ ਦੇਖਦੇ ਹਾਂ। ਇਸ ਲਈ ਕੱਟ ਹਿੱਸੇ, ਇਸ ਲਈ ਆਮ ਤੌਰ ਤੇ ਅਸੀਂ ਇਸ ਨੂੰ ਹੈਸ਼ ਲਾਈਨ ਦੁਆਰਾ ਦਿਖਾਉਂਦੇ ਹਾਂ, ਅਤੇ ਇਹ ਕੱਟ ਹਿੱਸਾ ਨਹੀਂ ਹੈ ਪਰ ਸਮੱਗਰੀ ਮੌਜੂਦ ਹੈ। ਇਸ ਲਈ ਦੁਬਾਰਾ ਅਸੀਂ ਇੱਕ ਵੱਡਾ ਚੱਕਰ ਦੇਖਾਂਗੇ। ਇਸ ਲਈ ਇਹ ਪੂਰਾ ਚੱਕਰੀ ਆਧਾਰ ਇੱਕ ਚੱਕਰ ਅਸੀਂ ਦੇਖਾਂਗੇ, ਅਤੇ ਕੱਟੇ ਹੋਏ ਹਿੱਸੇ ਨੂੰ ਅਸੀਂ ਹਟਾ ਦਿੱਤਾ ਹੈ। ਇਸ ਲਈ ਹੈਸ਼ ਲਾਈਨਾਂ ਰਾਹੀਂ ਅਸੀਂ ਇਸ ਨੂੰ ਚੱਕਰ ਦੇ ਰੂਪ ਵਿੱਚ ਦੇਖਦੇ ਹਾਂ। ਸੋ ਇੱਕ ਰਾਈਟ ਸਰਕੂਲਰ ਕੋਣ ਲਈ ਕੋਈ ਵੀ ਖਿਤਿਜੀ ਤਲ, ਜੇ ਅਸੀਂ ਇਸ ਨੂੰ ਕੱਟ ਰਹੇ ਹਾਂ ਤਾਂ ਅਸੀਂ ਇਸ ਨੂੰ ਚੱਕਰ ਵਜੋਂ ਦੇਖਾਂਗੇ। ਇਹ ਚੱਕਰ ਹੈ। ਇਸ ਲਈ ਆਓ ਅਸੀਂ ਇੱਕ ਝੁਕੇ ਹੋਏ ਭਾਗ ਨੂੰ ਵੇਖੀਏ। ਦੁਬਾਰਾ ਇੱਕ ਰਾਈਟ ਸਰਕੂਲਰ ਕੋਣ ਲਈ ਅਸੀਂ ਇੱਕ ਹੋਰ ਕੱਟ ਹਿੱਸੇ ਨੂੰ ਲੈਂਦੇ ਹਾਂ। ਇਹ ਕੇਂਦਰ ਰੇਖਾ ਹੈ। ਇਹ ਘੇਰਾ ਹੈ। ਆਓ ਅਸੀਂ ਇਸ ਨੂੰ ਕਹੀਏ, ਸਾਡੀ ਪਰੰਪਰਾ ਡਰਾਇੰਗ ਵਿੱਚ ਹੈ। ਅਸੀਂ ਇਸ ਨੂੰ ਵਸਤੂ ਦੇ ਬਾਹਰੀ ਵਿੱਚ ਦਿਖਾਉਂਦੇ ਹਾਂ। ਆਓ ਅਸੀਂ h ਅਤੇ ਇਸ ਘੇਰੇ ਜਾਂ ਵਿਆਸ ਨੂੰ ਕਹੀਏ, ਅਸੀਂ ਕੁਝ ਘੇਰਾ ਦਿਖਾ ਸਕਦੇ ਹਾਂ। ਹੁਣ ਜੇਕਰ ਅਸੀਂ ਇੱਕ ਕੋਣ ਅਲਫਾ ਬਣਾਉਂਦੇ ਹੋਏ ਝੁਕੇ ਹੋਏ ਭਾਗ ਨੂੰ ਲੈ ਰਹੇ ਹਾਂ ਤਾਂ ਇਸ ਉੱਪਰਲੇ ਹਿੱਸੇ ਨੂੰ ਹਟਾਓ। ਇਸ ਨੂੰ ਹਟਾਓ ਅਤੇ ਇਸ ਹਿੱਸੇ ਦੀ ਕਲਪਨਾ ਕਰੋ। ਇਸ ਲਈ ਇਹ ਹੇਠਲਾ ਹਿੱਸਾ ਉੱਪਰਲੇ ਦ੍ਰਿਸ਼ ਵਿੱਚ ਇੱਕ ਚੱਕਰ ਵਾਂਗ ਦਿਸਦਾ ਹੈ। ਇਸ ਲਈ ਇਹ ਚੱਕਰ ਇਹਨਾਂ ਲਾਈਨਾਂ ਨਾਲ ਘਿਰਿਆ ਹੋਇਆ ਹੋਵੇਗਾ, ਅਤੇ ਇਹ ਬਿੰਦੂ ਉੱਥੇ ਮੇਲ ਖਾਂਦਾ ਹੈ, ਅਤੇ ਇਹ ਬਿੰਦੂ ਉੱਥੇ ਮੇਲ ਖਾਂਦਾ ਹੈ। ਇਹ ਉੱਪਰਲੇ ਪਾਸੇ ਹੈ, ਇਹ ਹੇਠਲੇ ਪਾਸੇ ਹੈ। ਇਸ ਲਈ ਜੇਕਰ ਅਸੀਂ ਇਸ ਨੂੰ ਦੇਖ ਰਹੇ ਹਾਂ ਤਾਂ ਇੱਕ ਚੱਕਰ ਨੂੰ ਅਸੀਂ ਕੁਝ ਇਸ ਤਰ੍ਹਾਂ ਦੇਖਾਂਗੇ। ਇਹ ਲੰਬੂਤਰਾ ਚੱਕਰ ਹੈ ਜਿਸ ਨੂੰ ਅਸੀਂ ਆਮ ਤੌਰ ਤੇ ਵੱਡੇ ਧੁਰੇ ਅਤੇ ਛੋਟੇ ਧੁਰੇ ਵਾਲਾ ਅੰਡਾਕਾਰ ਕਹਿੰਦੇ ਹਾਂ। ਇਸ ਲਈ ਕੋਈ ਵੀ ਝੁਕਾਅ ਵਾਲਾ ਭਾਗ, ਪਰ ਇਸ ਨੂੰ ਦੋਵੇਂ ਪਾਸੇ ਕੱਟ ਕਰਨਾ ਪੈਂਦਾ ਹੈ। ਆਓ ਇਸ ਕੋਣ ਦੇ ਦੋਵੇਂ ਪਾਸੇ ਇੱਕ ਬਿੰਦੂ ਨੂੰ B ਬਿੰਦੂ ਕਹੀਏ। ਜੇ ਇਹ ਤਿਰਛੀਆਂ ਨੂੰ ਕੱਟ ਕਰਨ ਜਾ ਰਿਹਾ ਹੈ ਤਾਂ ਇਹ ਪੂਰੇ ਘੇਰੇ ਦੇ ਆਲੇ ਦੁਆਲੇ ਇੱਕ ਹੋਰ ਇੱਕ ਤਿਰਛਾ ਵਿੱਚੋਂ ਇੱਕ ਹੈ। ਸਾਡੇ ਕੋਲ ਇੱਕ ਹੈ। ਇਸ ਲਈ ਤਿਰਛੇ ਦੇ ਦੋਵੇਂ ਪਾਸੇ, ਜੇ ਇਹ ਇੱਥੇ ਅਤੇ ਇੱਥੇ ਕੱਟਣ ਜਾ ਰਿਹਾ ਹੈ, ਤਾਂ ਉੱਪਰਲਾ ਹਿੱਸਾ, ਜੇ ਅਸੀਂ ਇਸ ਨੂੰ ਹਟਾਉਣ ਜਾ ਰਹੇ ਹਾਂ ਤਾਂ ਬਾਕੀ ਬਚੇ ਹੋਏ ਹਿੱਸੇ ਨੂੰ ਅਸੀਂ ਅੰਡਾਕਾਰ ਵਾਂਗ ਦੇਖਦੇ ਹਾਂ। ਤਾਂ ਆਓ ਉਸੇ ਰਾਈਟ ਸਰਕੂਲਰ ਕੋਣ ਲਈ ਦੂਜੇ ਝੁਕੇ ਹੋਏ ਭਾਗ ਨੂੰ ਵੇਖੀਏ। ਹੁਣ ਇਸ ਸਥਿਤੀ ਵਿੱਚ ਇੱਕ ਤਿਰਛੇ ਦੇ ਸਮਾਨਾਂਤਰ, ਇਹ ਇਸ ਤਿਰਛੇ ਦੇ ਸਮਾਨਾਂਤਰ ਤਿਰਛਾ ਕਿਨਾਰਾ ਹੈ। ਜੇ ਅਸੀਂ ਇੱਕ ਕੱਟ ਹਿੱਸਾ ਬਣਾ ਰਹੇ ਹਾਂ, ਇਸ ਲਈ ਸਾਨੂੰ ਉਸ ਦੇ ਸਮਾਨਾਂਤਰ ਵਧਣਾ ਪਵੇਗਾ, ਅਤੇ ਸ਼ਾਇਦ ਇੱਕ ਕੱਟ ਹਿੱਸਾ ਬਣਾਉਣਾ ਹੋਵੇਗਾ। ਇਸ ਲਈ ਇਹ ਲਾਈਨ ਜੇ ਪੇਸ਼ ਕੀਤੇ ਗਏ ਇਸ ਹਿੱਸੇ ਦੇ ਸਮਾਨਾਂਤਰ ਹੈ ਤਾਂ ਇੱਕ ਚੱਕਰ ਵਿੱਚ ਅਸੀਂ ਇੱਕ ਪੈਰਾਬੋਲਾ ਦੇ ਰੂਪ ਵਿੱਚ ਵੇਖਦੇ ਹਾਂ। ਸੋ ਅਸੀਂ ਇਸ ਨੂੰ ਹਟਾ ਰਹੇ ਹਾਂ। ਇਸ ਹਿੱਸੇ ਤੱਕ ਅਸੀਂ ਇਸ ਨੂੰ ਇੱਕ ਪੈਰਾਬੋਲਾ ਵਜੋਂ ਵੇਖਦੇ ਹਾਂ।
ਇਸ ਤਰ੍ਹਾਂ ਅਸੀਂ ਇੱਕ ਪੈਰਾਬੋਲਾ ਬਣਾਉਂਦੇ ਹਾਂ, ਜੇ ਸਾਡੀ ਸਮੂਹ ਪ੍ਰਣਾਲੀ ਝੁਕੇ ਹੋਏ ਤਲ ਤੇ ਹੈ, ਜਿਵੇਂ ਕਿ x ਧੁਰਾ ਸਧਾਰਨ y ਧੁਰੇ ਵੱਲ ਇਸ x ਧੁਰੇ y ਧੁਰੇ ਨੂੰ ਫਲਿਪ ਕਰੋ, ਤਾਂ ਅਸੀਂ ਇਸ ਤਰ੍ਹਾਂ ਇੱਕ ਪੈਰਾਬੋਲਾ ਵਰਗਾ ਕੁਝ ਦੇਖਾਂਗੇ। x ਧੁਰਾ y ਧੁਰਾ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਅਸਲ ਵਿੱਚ ਕਿੱਥੇ ਅਨੁਵਾਦ ਕਰ ਰਹੇ ਹਾਂ। ਜੇ ਅਸੀਂ ਉਸ ਦੁਆਲੇ ਧਿਆਨ ਕੇਂਦਰਿਤ ਕਰ ਰਹੇ ਹਾਂ, ਜੇ ਇਹ ਤਾਲਮੇਲ ਧੁਰੇ ਦਾ ਮੂਲ ਹੈ, ਤਾਂ ਸਾਡਾ ਪੈਰਾਬੋਲਾ ਇਸ ਬਿੰਦੂ ਵਿੱਚੋਂ ਲੰਘਦਾ ਹੈ। ਜੇ ਮੂਲ ਕਿਤੇ ਸਥਿਤ ਹੈ, ਤਾਂ ਅਸੀਂ ਇਸ ਤਰ੍ਹਾਂ ਪੈਰਾਬੋਲਾ ਨੂੰ ਦੇਖਾਂਗੇ। ਜੋ ਪਹਿਲਾ ਬਿੰਦੂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਉਹ ਤਿਰਛੇ ਤੋਂ ਹੈ। ਜੇ ਅਸੀਂ ਇੱਕ ਸਮਾਂਤਰ ਦਿਸ਼ਾ ਵਿੱਚ ਜਾ ਰਹੇ ਹਾਂ ਤਾਂ ਇੱਕ ਕੱਟ ਸੈਕਸ਼ਨ ਬਣਾਓ, ਉੱਪਰਲੇ ਹਿੱਸੇ ਨੂੰ ਹਟਾਓ x ਅਤੇ y ਦੇ ਤਾਲਮੇਲ ਧੁਰੇ ਉੱਤੇ ਬਚੇ ਹੋਏ ਹਿੱਸੇ ਨੂੰ ਅਸੀਂ ਪੈਰਾਬੋਲਾ ਦੇ ਰੂਪ ਵਿੱਚ ਦੇਖਦੇ ਹਾਂ। ਜੇਕਰ ਅਸੀਂ ਹੋਰ ਝੁਕੇ ਹੋਏ ਹਿੱਸੇ ਨੂੰ ਚੁਣ ਰਹੇ ਹਾਂ ਤਾਂ ਅਸੀਂ ਹਾਈਪਰਬੋਲਿਕ ਕਰਵ ਨਾਮਕ ਕੋਈ ਚੀਜ਼ ਵੇਖਦੇ ਹਾਂ। ਇਸ ਲਈ ਸਲਾਈਸ ਕੋਣ ਅਤੇ ਸਥਾਨ ਦੇ ਆਧਾਰ ਤੇ ਸਾਨੂੰ ਵੱਖ-ਵੱਖ ਕੋਨਿਕ ਕਰਵਸ ਮਿਲਦੇ ਹਨ। ਇੱਕ ਕਾਰਨ ਹੈ ਕਿ ਅਸੀਂ ਕੋਣ ਤੋਂ ਕਹਿੰਦੇ ਹਾਂ, ਇਹ ਰਚਨਾਕਾਰ ਹਨ, ਇਸ ਲਈ ਅਸੀਂ ਇਹਨਾਂ ਨੂੰ ਕੋਨਿਕ ਕਰਵਸ ਕਹਿੰਦੇ ਹਾਂ। ਸਲਾਈਸਿੰਗ ਕਰਕੇ ਸੈਕਸ਼ਨਾਂ ਤੇ ਇਸ ਨੂੰ ਕੋਣ ਤੋਂ ਤਿਆਰ ਕੀਤਾ ਜਾਂਦਾ ਹੈ, ਇਸ ਲਈ ਅਜਿਹੇ ਸੈਕਸ਼ਨਾਂ ਨੂੰ ਕੋਨਿਕ ਸੈਕਸ਼ਨਸ ਕਿਹਾ ਜਾਂਦਾ ਹੈ, ਅਤੇ ਇਹ ਇੰਜੀਨੀਅਰਿੰਗ ਐਪਲੀਕੇਸ਼ਨਾਂ ਵਿੱਚ ਬਹੁਤ ਸ਼ਕਤੀਸ਼ਾਲੀ ਕਰਵ ਹਨ। ਉਦਾਹਰਨ ਲਈ, ਆਓ ਅਸੀਂ ਆਟੋਮੋਬਾਈਲਜ਼ ਵਿੱਚ ਕਿਸੇ ਵੀ ਮਸ਼ੀਨ ਗੀਅਰ ਜਾਂ ਮਕੈਨੀਕਲ ਗੀਅਰਾਂ ਨੂੰ ਵੇਖੀਏ, ਸ਼ਾਇਦ ਸਾਈਕਲ ਮੋਟਰ ਵਾਹਨਾਂ ਲਈ। ਇੱਥੋਂ ਤੱਕ ਪੁਲੀ ਸ਼ੈਫਟ ਕਿਸਮ ਦੀਆਂ ਚੀਜ਼ਾਂ ਲਈ ਵੀ ਸਰਕਲ ਕਾਫੀ ਆਮ ਵਿਸ਼ੇਸ਼ਤਾਵਾਂ ਹਨ। ਇਸ ਲਈ ਸਰਕਲ ਅਸੀਂ ਇਸ ਨੂੰ ਇੱਕ ਰਾਈਟ ਸਰਕਿਊਲਰ ਕੋਣ ਤੇ ਹੋਰੀਜ਼ੋਨਟਲ ਸਲਾਈਸਿੰਗ ਕਰਕੇ ਪ੍ਰਾਪਤ ਕਰਾਂਗੇ। ਅੰਡਾਕਾਰ ਪਲੈਨੇਟਰੀ ਗੇਅਰਾਂ ਅਤੇ ਬੰਦ ਕੇਂਦਰਿਤ ਟਰਾਂਸਮਿਸ਼ਨ ਕਿਸਮ ਦੀਆਂ ਪ੍ਰਣਾਲੀਆਂ ਲਈ ਕਾਫੀ ਆਮ ਹਨ। ਇਸ ਲਈ ਇੱਥੇ ਆਓ ਅਸੀਂ ਉਸ ਪਲੈਨੇਟਰੀ ਗੀਅਰ ਨੂੰ ਵੇਖੀਏ। ਇਸ ਲਈ ਇੱਥੇ, ਜੇ ਡਰਾਈਵਿੰਗ ਮੋਸ਼ਨ ਇਸ ਚੱਕਰ ਗੀਅਰ ਦੁਆਰਾ ਕੀਤੀ ਜਾਂਦੀ ਹੈ, ਜੇ ਇਹ ਕੇਂਦਰਿਤ ਹੈ ਕਿ ਅਸੀਂ ਇਸ ਗੇਅਰ ਅਤੇ ਉਸ ਗੇਅਰ ਤੇ ਇਸ ਸ਼ਕਤੀ ਨੂੰ ਟਰਾਂਸਫਰ ਕਰਨ ਦੀ ਸਥਿਤੀ ਵਿੱਚ ਹੋਵਾਂਗੇ ਅਤੇ ਅੰਤ ਵਿੱਚ ਇਸ ਪਲੈਨੇਟਰੀ ਗੀਅਰ ਕਿਸਮ ਦੇ ਪ੍ਰਬੰਧ ਦੁਆਰਾ ਵੀ। ਇਸ ਲਈ ਇਹ ਪਲੈਨੇਟਰੀ ਗੀਅਰ ਕਈ ਵਾਰ ਇੱਥੇ ਆਉਂਦਾ ਹੈ, ਕਈ ਵਾਰ ਵੱਡੇ ਛੋਟੇ ਧੁਰੇ ਰਾਹੀਂ ਉੱਪਰ ਜਾਂਦਾ ਹੈ ਅਤੇ ਲੋੜੀਂਦੀਆਂ ਥਾਵਾਂ ਤੇ ਸ਼ਕਤੀ ਭੇਜਦਾ ਹੈ। ਇਸੇ ਤਰ੍ਹਾਂ ਅਸੀਂ ਇਸ ਗੋਲਾਕਾਰ ਅੰਡਾਕਾਰ ਕਿਸਮ ਦੇ ਗੇਅਰਾਂ ਤੋਂ ਇੱਕ ਪਾਵਰ ਟਰਾਂਸਮਿਸ਼ਨ ਪ੍ਰਾਪਤ ਕਰਦੇ ਹਾਂ ਅਤੇ ਕੁਝ ਵੀ ਡਿਜ਼ਾਈਨ ਕਰਨਾ ਜਾਂ ਸ਼ਾਇਦ ਇਸ ਨੂੰ ਅੰਡਾਕਾਰ ਬਣਾਉਣ ਵਾਲੀ ਉਤਪਾਦਨ ਲਾਈਨ ਲਈ ਉਸ ਨਿਰਮਾਣ ਗੀਅਰਾਂ ਦੇ ਅੰਦਰ ਭੇਜਣਾ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਇਸ ਉਦੇਸ਼ ਲਈ ਅਸੀਂ ਇਸ ਬਾਰੇ ਸਿੱਖ ਰਹੇ ਹਾਂ ਕਿ ਅੰਡਾਕਾਰ ਜਾਂ ਚੱਕਰ ਕਿਵੇਂ ਬਣਾਇਆ ਜਾਂਦਾ ਹੈ। ਗਣਿਤਿਕ ਤੌਰ ਤੇ ਵੀ ਅਸੀਂ ਇਸ ਨੂੰ x ਵਰਗ ਬਟਾ a ਵਰਗ ਪਲੱਸ y ਵਰਗ ਬਟਾ b ਵਰਗ ਦੁਆਰਾ ਸਥਿਰਾਂਕ ਸੰਖਿਆ ਜਾਂ ਇੱਕ ਨਾਲ ਦਰਸਾ ਸਕਦੇ ਹਾਂ। ਇਸ ਤਰ੍ਹਾਂ ਜਿਓਮੈਟ੍ਰਿਕ ਤੌਰ ਤੇ ਅਸੀਂ ਨਿਰਮਾਣ ਕਰ ਸਕਦੇ ਹਾਂ, ਪਰ ਜਦੋਂ ਮਸ਼ੀਨਿੰਗ ਅਤੇ ਹੋਰ ਚੀਜ਼ਾਂ ਹੋ ਰਹੀਆਂ ਹਨ ਤਾਂ ਮਕੈਨੀਕਲ ਉਪਕਰਣਾਂ ਨੂੰ ਇਸ ਅੰਡਾਕਾਰ ਨੂੰ ਧਾਤ ਦੀ ਜਗ੍ਹਾ ਤੇ ਬਣਾਉਣਾ ਪੈਂਦਾ ਹੈ। ਇਸ ਲਈ ਉੱਥੇ ਅਸੀਂ ਇਸ ਪੈਨ ਪੇਪਰ ਕਿਸਮ ਦੀ ਚੀਜ਼ ਦੀ ਵਰਤੋਂ ਤੁਰੰਤ ਨਹੀਂ ਕਰਦੇ ਹਾਂ। ਮਕੈਨੀਕਲ ਵਿਵਸਥਾ ਅਜਿਹੀ ਹੋਣੀ ਚਾਹੀਦੀ ਹੈ ਕਿ ਅੰਤ ਵਿੱਚ ਇਹ ਇੱਕ ਇਲਿਪਸ ਬਣਾਵੇ। ਉਦਾਹਰਨ ਲਈ, ਜੇ ਅਸੀਂ ਤੁਹਾਡਾ ਮਿਨੀ ਡਰਾਫਟਰ ਲੈ ਰਹੇ ਹਾਂ, ਤਾਂ ਮਿਨੀ ਡਰਾਫਟਰ ਦਾ ਇੱਕ ਹਿੱਸਾ ਇੱਕ ਪਾਸੇ ਸਥਿਰ ਕੀਤਾ ਗਿਆ ਹੈ, ਅਤੇ ਕੇਰਾ ਤੁਸੀਂ ਇਸ ਸਕੇਲ ਨੂੰ ਕੱਸਦੇ ਹੋ ਜਿੱਥੇ ਵੀ ਤੁਸੀਂ ਇਸ ਮਕੈਨੀਕਲ ਡਰਾਫਟਰ ਨੂੰ ਹਿਲਾਉਂਦੇ ਹੋ। ਇਹ ਹਮੇਸ਼ਾ ਲੰਬਕਾਰੀ ਅਤੇ ਖਿਤਿਜੀ ਲਾਈਨਾਂ ਬਣਾਉਂਦਾ ਹੈ। ਇਸ ਲਈ ਇਸ ਉਦੇਸ਼ ਲਈ ਅਸੀਂ 4 ਬਾਰ ਮਕੈਨਿਜ਼ਮ ਵਿਧੀ ਦੀ ਵਰਤੋਂ ਇਸ ਕਿਸਮ ਦੀਆਂ ਲੰਬਕਾਰੀ ਖੜਵੀਆਂ ਲਾਈਨਾਂ ਨੂੰ ਬਣਾਉਣ ਲਈ ਕਰ ਰਹੇ ਹਾਂ। ਇਸ ਲਈ ਤੁਹਾਡਾ ਮਕੈਨੀਕਲ ਯੰਤਰ, ਭਾਵੇਂ ਅਸੀਂ ਬਣਾਈਆਂ ਖਿਤਿਜੀ ਲੰਬਕਾਰੀ ਲਾਈਨਾਂ ਨੂੰ ਡਰਾਇੰਗ ਨਹੀਂ ਕਰ ਰਹੇ ਹਾਂ, ਪਰ ਬਾਰ ਲਿੰਕੇਜ ਇਸ ਤਰੀਕੇ ਨਾਲ ਚੱਲਦੇ ਹਨ। ਇਸੇ ਤਰ੍ਹਾਂ ਜਦੋਂ ਤੁਸੀਂ ਇਹਨਾਂ ਉਪਕਰਣਾਂ ਦੀ ਮਸ਼ੀਨਿੰਗ ਕਰ ਰਹੇ ਹੋ, ਜੇ ਕਿਸੇ ਨੂੰ ਇਸ ਕਿਸਮ ਦੇ ਉਪਕਰਣ ਦੀ ਲੋੜ ਹੁੰਦੀ ਹੈ, ਤਾਂ ਇਸ ਅੰਡਾਕਾਰ ਅਤੇ ਚੱਕਰਾਂ ਨੂੰ ਬਣਾਉਣ ਲਈ ਇੱਕ ਮਿਆਰੀ ਪ੍ਰੋਟੋਕੋਲ ਹੋਣਾ ਚਾਹੀਦਾ ਹੈ। ਅਤੇ ਉਹ ਚੀਜ਼ ਜੋ ਅਸੀਂ ਇਸ ਕੋਨਿਕ ਸੈਕਸ਼ਨਸ ਲਈ ਸਿੱਖਣ ਜਾ ਰਹੇ ਹਾਂ। ਉਦਾਹਰਨ ਲਈ, ਕਈ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਜਿਵੇਂ ਕਿ ਗੁੰਬਦ ਬਣਾਉਣਾ। ਇੱਥੇ ਇੱਕ ਤਸਵੀਰ ਇੱਕ ਬਣਤਰ ਹੈ ਜਿਸ ਦੇ ਉੱਪਰ ਇਹ ਚੱਕਰ ਹੋ ਸਕਦਾ ਹੈ। ਇਹ ਅੰਡਾਕਾਰ ਕਿਸਮ ਦਾ ਵਕਰ ਹੋ ਸਕਦਾ ਹੈ। ਇਸ ਲਈ ਜੇ ਅਸੀਂ ਸਤ੍ਹਾ ਦੇ ਬਾਹਰੀ ਤੇ ਦੇਖ ਰਹੇ ਹਾਂ ਤਾਂ ਇਹ ਇੱਕ ਅੰਡਾਕਾਰ ਬਣਾ ਰਿਹਾ ਹੋ ਸਕਦਾ ਹੈ। ਇਹ ਅੰਡਾਕਾਰ ਕਿਉਂ ਹੈ? ਕਿਉਂਕਿ ਇੱਥੇ ਵੱਡਾ ਧੁਰਾ ਅਤੇ ਛੋਟਾ ਧੁਰਾ ਵੱਖ-ਵੱਖ ਲੰਬਾਈ ਵਾਲੇ ਹਨ। ਇਹੀ ਕਾਰਨ ਹੈ ਇਹ ਇੱਕ ਅੰਡਾਕਾਰ ਬਣਾਉਂਦਾ ਹੈ।
ਦੰਦਾਂ ਦੇ ਡਾਕਟਰ ਲਈ, ਜੇਕਰ ਉਹ ਇਹਨਾਂ ਦੰਦਾਂ ਨੂੰ ਨਕਲੀ ਇੰਪਲਾਂਟ ਕਰਨਾ ਚਾਹੁੰਦਾ ਹੈ ਅਤੇ ਇਸ ਤਰ੍ਹਾਂ ਹੋਰ, ਤਾਂ ਸਭ ਤੋਂ ਪਹਿਲਾਂ ਉਸ ਨੂੰ ਅਸਲ ਵਿੱਚ ਇਹ ਡਿਜ਼ਾਈਨ ਕਰਨਾ ਹੋਵੇਗਾ ਕਿ ਇਹ ਦੰਦਾਂ ਦੀ ਸਥਿਤੀ ਕਿੱਥੇ ਹੋਣੀ ਚਾਹੀਦੀ ਹੈ। ਦੰਦਾਂ ਦੀ ਸਥਿਤੀ ਉੱਥੇ ਹੋਣੀ ਚਾਹੀਦੀ ਹੈ ਅਤੇ ਇਹ ਦੰਦ ਕਿਸ ਰੂਪ ਵਿੱਚ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਸ ਉਦੇਸ਼ ਲਈ ਆਮ ਤੌਰ ਤੇ ਸਾਡਾ ਮਨੁੱਖੀ ਮੂੰਹ ਇਹ ਵੱਖ-ਵੱਖ ਵੱਡੇ ਤੁਰੇ ਛੋਟੇ ਤੁਰੇ ਦੇ ਅੰਡਾਕਾਰ ਰੂਪ ਵਿੱਚ ਹੁੰਦਾ ਹੈ। ਇਸ ਲਈ ਇੱਕ ਅੰਡਾਕਾਰ ਲਈ, ਇਸ ਲਈ ਇੱਥੇ ਅੰਡਾਕਾਰ ਨੂੰ ਇਹਨਾਂ ਡੈਸ਼ਡ ਲਾਈਨਾਂ ਦੁਆਰਾ ਦਿਖਾਇਆ ਗਿਆ ਹੈ। ਵੱਡਾ ਤੁਰਾ ਸਭ ਤੋਂ ਲੰਬਾ ਹੈ ਅਤੇ ਛੋਟਾ ਤੁਰਾ ਸਭ ਤੋਂ ਛੋਟਾ ਹੈ। ਵੱਖ-ਵੱਖ ਸਥਾਨਾਂ ਤੇ ਆਮ ਤੋਂ ਉਸ ਵੱਡੇ ਤੁਰੇ ਦੇ ਦੰਦਾਂ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਇੱਕ ਦੰਦਾਂ ਦੇ ਡਾਕਟਰ ਨੂੰ ਸਭ ਤੋਂ ਪਹਿਲਾਂ ਜਾਂ ਤਾਂ ਸਾਫਟਵੇਅਰ ਜਾਂ ਜਿਓਮੈਟ੍ਰਿਕ ਉਸਾਰੀ ਦੁਆਰਾ ਬਣਤਰ ਦਾ ਪ੍ਰਬੰਧ ਕਰਨਾ ਪੈਂਦਾ ਹੈ। ਦੰਦਾਂ ਦਾ ਕੀ ਸਥਾਨ ਹੋਣਾ ਚਾਹੀਦਾ ਹੈ ਅਤੇ ਇਹ ਬਿਲਕੁਲ ਕਿੱਥੇ ਸਥਿਤ ਹੋਣੇ ਚਾਹੀਦੇ ਹਨ। ਇਸ ਲਈ ਉਸ ਮਕਸਦ ਲਈ ਸਭ ਤੋਂ ਪਹਿਲਾਂ ਇੱਕ ਅੰਡਾਕਾਰ ਬਣਾਉਣਾ ਪੈਂਦਾ ਹੈ। ਇਹ ਆਦਰਸ਼ਵਾਦੀ ਮਾਮਲਾ ਹੈ। ਇਸੇ ਤਰ੍ਹਾਂ ਨਿਗਰਾਨੀ ਵਿੱਚ, ਜਿਵੇਂ ਕੈਮਰੇ, ਸੀਸੀਟੀਵੀ ਕੈਮਰੇ, ਜਾਸੂਸੀ ਕੈਮਰੇ, ਪ੍ਰਕਾਸ਼ ਦੀਆਂ ਕਿਰਨਾਂ ਸ਼ਾਇਦ ਵਸਤੂ ਤੋਂ ਹਨ। ਅੰਤ ਵਿੱਚ ਪ੍ਰਤੀਬਿੰਬਤ ਕਿਰਨਾਂ ਇੱਕ ਜਾਂ ਦੋ ਬਿੰਦੂਆਂ ਤੇ ਕੇਂਦਰਿਤ ਹੁੰਦੀਆਂ ਹਨ। ਇਸ ਲਈ ਇਹ ਸਾਰੀਆਂ ਰੋਸ਼ਨੀ ਕਿਰਨਾਂ ਆਉਂਦੀਆਂ ਹਨ, ਸਤ੍ਹਾ ਨੂੰ ਹਿੱਟ ਕਰਦੀਆਂ ਹਨ, ਅੰਦਰੂਨੀ ਪ੍ਰਤੀਬਿੰਬ ਹੁੰਦਾ ਹੈ। ਅੰਤ ਵਿੱਚ ਉਹ ਇਸ ਲਾਈਨ ਦੇ ਇੱਕ ਜਾਂ ਦੋ ਬਿੰਦੂਆਂ ਤੇ ਕੇਂਦਰਿਤ ਹੋਣਗੇ। ਜੇਕਰ ਅਸੀਂ ਇਸ ਨੂੰ ਦੇਖ ਰਹੇ ਹਾਂ ਤਾਂ ਸ਼ਾਇਦ ਇਹ ਵਕਰ ਇੱਕ ਅੰਡਾਕਾਰ ਬਣਾਉਂਦਾ ਹੈ। ਇਸ ਦੇ ਹਮੇਸ਼ਾ ਦੋ ਫੋਸੀ ਕੇਂਦਰ ਹੁੰਦੇ ਹਨ, F ਅਤੇ F'। ਇਹ ਸਭ ਕਿਰਨਾਂ ਅੰਦਰੂਨੀ ਤੌਰ ਤੇ ਪ੍ਰਤੀਬਿੰਬਤ ਹੋ ਕੇ ਅੰਤ ਇਹਨਾਂ ਬਿੰਦੂਆਂ ਤੇ ਇਕੱਠੀ ਹੁੰਦੀਆਂ ਹਨ। ਜਾਂ ਜੇ ਸਾਡੇ ਕੋਲ ਦੋ ਸਥਾਨਾਂ ਤੇ ਰੋਸ਼ਨੀ ਦੇ ਸਰੋਤ ਹਨ ਤਾਂ ਉਹ ਰੇਡੀਅਲ ਦਿਸ਼ਾਵਾਂ ਵਿੱਚ ਨਿਕਲਣਗੇ, ਪਰ ਇਹ ਸਾਰੀਆਂ ਚੀਜ਼ਾਂ ਅੰਦਰੂਨੀ ਤੌਰ ਤੇ ਪ੍ਰਤੀਬਿੰਬਤ ਹੋ ਕੇ ਅੰਤ F ਅਤੇ F' ਬਿੰਦੂਆਂ ਤੇ ਫੋਕਸ ਕਰਦੀਆਂ ਹਨ। ਨਿਗਰਾਨੀ ਕੈਮਰਿਆਂ ਲਈ ਵੀ ਸਾਨੂੰ ਇਸ ਅੰਡਾਕਾਰ ਸੈਕਸ਼ਨਾਂ ਦੀ ਲੋੜ ਹੁੰਦੀ ਹੈ। ਆਓ ਅਸੀਂ ਪਹਿਲੀ ਸਿਗਨਲ ਪ੍ਰੋਸੈਸਿੰਗ ਨੂੰ ਵੇਖੀਏ। ਸਿਗਨਲ ਪ੍ਰੋਸੈਸਿੰਗ ਲਈ, ਜਾਂ ਤਾਂ ਇਹ ਉਪਗ੍ਰਹਿ ਭੇਜ ਰਹੇ ਹਨ ਜਾਂ ਬਾਹਰੀ ਤਰੰਗਾਂ ਤੋਂ ਲਗਾਤਾਰ ਆ ਰਹੇ ਹਨ। ਉਹ ਸਮਾਨਾਂਤਰ ਬੀਮ ਹੋ ਸਕਦੇ ਹਨ, ਜੋ ਕਿ ਇਸ ਪੈਰਾਬੋਲਿਕ ਕਿਸਮ ਦੇ ਡਿਸ਼ ਐਂਟੀਨਾ ਸ਼ੀਸ਼ੇ ਨਾਲ ਟਕਰਾਉਂਦੇ ਹਨ, ਅੰਤ ਰੀਫਲਕਸ ਵਿੱਚ ਜਾਂਦੇ ਹਨ ਅਤੇ ਇੱਕ ਬਿੰਦੂ ਤੱਕ ਇਕੱਠੇ ਹੁੰਦੇ ਹਨ। ਸਿਗਨਲ ਨੂੰ ਉੱਥੋਂ ਮਜ਼ਬੂਤ ਕਰਦਾ ਹੈ ਜਿੱਥੋਂ ਤੁਸੀਂ ਇਕੱਠਾ ਕਰਦੇ ਹੋ। ਇਹ ਡੇਟਾ ਵਿਸ਼ਲੇਸ਼ਣ ਜਾਂ ਟੀਵੀ ਲਈ ਪਾਸ ਕਰਦਾ ਹੈ। ਇਸ ਲਈ ਉਦਾਹਰਨ ਲਈ ਇੱਥੇ ਆਓ ਇਸ ਸੰਚਾਰ ਲਈ ਸਾਡੇ ਵਿਸ਼ੇਸ਼ ਡਿਸ਼ ਐਂਟੀਨਾ ਨੂੰ ਵੇਖੀਏ। ਇਹ ਸਾਰੇ ਬਿੰਦੂ ਇੱਕ ਬਿੰਦੂ ਤੇ ਕੇਂਦਰਿਤ ਹੋਣਗੇ। ਇਸ ਲਈ ਉਪਗ੍ਰਹਿਾਂ ਤੋਂ ਆਉਣ ਵਾਲੇ ਸਮਾਨਾਂਤਰ ਬੀਮ ਵੱਖ-ਵੱਖ ਸਥਾਨਾਂ ਤੇ ਇਸ ਪੈਰਾਬੋਲਿਕ ਸ਼ੀਸ਼ੇ ਦੇ ਰੀਫਲਕਸ ਨੂੰ ਛੂਹ ਕੇ ਪ੍ਰਤੀਬਿੰਬਿਤ ਹੋਣਗੇ। ਇੱਥੋਂ ਅੰਤ ਵਿੱਚ ਇੱਕ ਬਿੰਦੂ ਫੋਕਸ ਜਾਂ ਫੋਸੀ ਬਿੰਦੂ ਵਿੱਚ ਇਕੱਠੇ ਹੋ ਜਾਣਗੇ ਅਤੇ ਇਸੇ ਬਿੰਦੂ ਨੂੰ ਅਸੀਂ ਪੈਰਾਬੋਲ ਲਈ ਵੋਰਟੈਕਸ ਕਹਿੰਦੇ ਹਾਂ। ਅਤੇ ਕੇਰਾ ਇਹ ਇਕੱਠ ਹੁੰਦਾ ਹੈ, ਇਸ ਦੇ ਐਂਪਲੀਫਾਇਰ ਮੋਡਿਊਲੇਟ ਕੀਤੇ ਜਾਂਦੇ ਅਤੇ ਅੰਤ ਸਿਗਨਲ ਪ੍ਰੋਸੈਸਿੰਗ ਲਈ ਭੇਜੇ ਜਾਂਦੇ ਹਨ। ਇਸ ਲਈ ਸਾਡੇ ਪੈਰਾਬੋਲਾ ਇਸ ਕਿਸਮ ਦੇ ਸਿਗਨਲ ਪ੍ਰੋਸੈਸਿੰਗ ਐਪਲੀਕੇਸ਼ਨਾਂ ਲਈ ਮੁੱਖ ਤੌਰ ਤੇ ਉਪਯੋਗੀ ਹਨ। ਇਸੇ ਤਰ੍ਹਾਂ ਜੇ ਇਹ ਲਟਕਵਾ ਪੁਲ ਹੈ ਤਾਂ ਇੱਥੇ ਇਹ ਉਹ ਨਦੀ ਹੈ ਜੋ ਧਾਰਾ ਦੀ ਦਿਸ਼ਾ ਵਿੱਚ ਆ ਰਹੀ ਹੈ ਅਤੇ ਜਿਸ ਦੇ ਉੱਪਰ ਇੱਕ ਪੁਲ ਹੈ। ਆਮ ਤੌਰ ਤੇ ਸਸਪੈਂਸ਼ਨ ਬਿਰਜ ਕੇਬਲ ਲੋਡ ਨੂੰ ਵੰਡਿਆ ਜਾਣਾ ਹੁੰਦਾ ਹੈ। ਇਸ ਲਈ ਉੱਥੇ ਪੁੰਜ ਜਾਂ ਥੰਮ ਹੋਣਗੇ ਅਤੇ ਉੱਥੇ ਇੱਕ ਕੈਂਟੀਲੀਵਰ ਕਾਈਡ ਦੇ ਸਸਪੈਂਸ਼ਨ ਬਿਰਜ ਹੋਰ ਵੀ ਹੋਣਗੇ ਅਤੇ ਇਹਨਾਂ ਨੂੰ ਰੱਸੀਆਂ ਦੁਆਰਾ ਜੋੜਿਆ ਜਾਵੇਗਾ। ਸਾਰਾ ਭਾਰ ਇਹਨਾਂ ਤਾਰਾਂ ਤੇ ਛੱਡਿਆ ਜਾਵੇਗਾ ਅਤੇ ਆਮ ਤੌਰ ਤੇ ਇਹ ਤਾਰਾਂ ਪੈਰਾਬੋਲਿਕ ਕਾਈਡ ਦੇ ਮਾਰਗ ਦੀਆਂ ਹੋਣਗੀਆਂ। ਇਸ ਲਈ ਪੁਲ ਉਸਾਰੀ ਲਈ ਵੀ ਇਹਨਾਂ ਪੈਰਾਬੋਲ ਕਰਵਾਂ ਨੂੰ ਬਣਾਉਣਾ ਅਤੇ ਇਹ ਨਿਰਧਾਰਤ ਕਰਨਾ ਕਿ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਇਸ ਰੱਸੀ ਦੀ ਬਹੁਤ ਜ਼ਿਆਦਾ ਲੋੜੀਂਦੀ ਲੰਬਾਈ ਕੀ ਹੋਣੀ ਚਾਹੀਦੀ ਹੈ। ਜਦੋਂ ਤੱਕ ਅਸੀਂ ਇੱਕ ਪੈਰਾਬੋਲਾ ਨਹੀਂ ਬਣਾਉਂਦੇ, ਅਸੀਂ ਇਹ ਜਾਣਨ ਦੀ ਸਥਿਤੀ ਵਿੱਚ ਨਹੀਂ ਹੋਵਾਂਗੇ ਕਿ ਲੋਡ ਵੰਡ ਲਈ ਇਸ ਦੀ ਕਿੰਨੀ ਲੰਬਾਈ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਆਰਕੀਟੈਕਚਰ ਵਿੱਚ ਵੀ ਇਹ ਪੈਰਾਬੋਲਾ ਨੂੰ ਚੰਗੀ ਅਪੀਲ ਵਿੱਚ ਐਸਥੈਟਿਕ ਪਹਿਲੂਆਂ ਨੂੰ ਪ੍ਰਦਾਨ ਕਰਦੇ ਹਨ। ਇਸ ਲਈ ਇੱਥੇ ਇਹਨਾਂ ਗੁੰਬਦਾਂ ਲਈ ਅਸੀਂ ਉਸ ਕਿਸਮ ਦੇ ਪੈਰਾਬੋਲਿਕ ਉਸਾਰੀ ਦੇਖਦੇ ਹਾਂ। ਇਹ ਪੈਰਾਬੋਲਸ ਕਈ ਵਾਰ ਲੰਬਕਾਰੀ ਦਿਸ਼ਾ ਤੇ ਵੀ ਝੁਕੇ ਹੋ ਸਕਦੇ ਹਨ। ਇਹ ਨਹੀਂ ਹੋ ਸਕਦਾ ਹੈ ਕਿ y ਬਰਾਬਰ x ਵਰਗ ਕਿਸਮ ਦੇ ਪੈਰਾਬੋਲਾ ਹਨ, x ਬਰਾਬਰ y ਵਰਗ ਕਿਸਮ ਦੇ ਪੈਰਾਬੋਲਾ ਹਨ, ਪਰ ਕੇਂਦਰਿਤ
ਅਤੇ ਝੁਕੀਆਂ ਕਿਸਮ ਦੇ ਪੈਰਾਬੋਲਾ ਨਾਲ ਵੀ ਅਸੀਂ ਆਵਾਂਗੇ। ਇਸੇ ਤਰ੍ਹਾਂ ਊਰਜਾ ਦੀ ਕਟਾਈ ਲਈ ਇਹਨਾਂ ਦਿਨੀ ਹਰੀ ਊਰਜਾ ਨੂੰ ਲੋਕ ਹੋਰ ਉਦੇਸ਼ਾਂ ਲਈ ਨਿਸ਼ਾਨਾ ਬਣਾ ਰਹੇ ਹਨ। ਸਾਨੂੰ ਇਸ ਸੋਲਰ ਪਾਵਰ ਨੂੰ ਇਕੱਠਾ ਕਰਨਾ, ਪੈਨਲਾਂ ਨੂੰ ਗਰਮ ਕਰਨਾ ਜਾਂ ਪ੍ਰੈਸ਼ਰ ਇਲੈਕਟ੍ਰਿਕ ਕਿਸਮ ਦੀਆਂ ਸਮੱਗਰੀਆਂ ਰਾਹੀਂ ਇਕੱਠਾ ਕਰਨਾ ਪਏਗਾ। ਸ਼ਾਇਦ ਸੋਲਿਡ ਸਟੇਟ ਕਿਸਮ ਦੇ ਯੰਤਰਾਂ ਰਾਹੀਂ ਇਹ ਸਾਰੀਆਂ ਫੋਟੋਨਿਕ ਊਰਜਾ ਬਦਲੀਆਂ ਜਾਣਗੀਆਂ ਅਤੇ ਅੰਤ ਸੰਚਾਰਿਤ ਕੀਤੀਆਂ ਜਾਣਗੀਆਂ, ਜਾਂ ਸ਼ਾਇਦ ਸੋਲਰ ਤਾਪ ਐਪਲੀਕੇਸ਼ਨਾਂ ਲਈ ਤੁਸੀਂ ਇਸ ਸੋਲਰ ਬੀਮ ਨੂੰ ਇਕੱਠਾ ਕਰੋ, ਉਸ ਇੱਕ ਬਿੰਦੂ ਤੇ ਧਿਆਨ ਕੇਂਦਰਿਤ ਕਰੋ ਜਿਸ ਰਾਹੀਂ ਪਾਣੀ ਨੂੰ ਲੰਘਾਇਆ ਜਾਵੇਗਾ ਤਾਂ ਜੋ ਤਾਪਮਾਨ ਵਧਾਇਆ ਜਾ ਸਕੇ ਅਤੇ ਅੰਤ ਪਾਣੀ ਦੀ ਸੂਰਜੀ ਤਾਪ ਲਈ ਵਰਤਿਆ ਜਾ ਸਕੇ। ਇਸ ਮਕਸਦ ਲਈ ਲੋਕ ਪੈਰਾਬੋਲਿਕ ਕਾਈਟ ਦੇ ਸ਼ੀਸ਼ਿਆਂ ਨਾਲ ਵੀ ਜਾਂਦੇ ਹਨ। ਇਸੇ ਤਰ੍ਹਾਂ ਉਦਾਹਰਨ ਲਈ ਨਿਸ਼ਾਨਾ ਨਿਰਧਾਰਤ ਐਪਲੀਕੇਸ਼ਨ ਲਈ ਇੱਕ ਹੈਲੀਕਾਪਟਰ ਹੈ ਜੋ ਇੱਕ ਬੰਬ ਛੱਡ ਰਿਹਾ ਹੈ। ਇਹ ਆਮ ਤੌਰ ਤੇ ਪੈਰਾਬੋਲਿਕ ਰੂਪ ਵਿੱਚ ਜਾਂਦਾ ਹੈ। ਇਹ ਬੰਬਾਰੀ ਹੋ ਸਕਦਾ ਹੈ ਜਾਂ ਸ਼ਾਇਦ ਹੜ੍ਹ ਵਾਲੇ ਖੇਤਰਾਂ ਨੂੰ ਭੋਜਨ ਉਤਪਾਦਾਂ ਦੀ ਸਪਲਾਈ ਕਰਨ ਵਾਲੀਆਂ ਆਫਤਾਂ ਵਿੱਚ ਹੋ ਸਕਦਾ ਹੈ। ਜੇ ਇਹ ਹੈਲੀਕਾਪਟਰ ਇਕਸਾਰ ਵੇਗ ਦੇ ਨਾਲ ਚੱਲ ਰਿਹਾ ਹੈ, ਜੇ ਇਹ ਇੱਕ ਪੈਕੇਟ ਜਾਰੀ ਕਰਦਾ ਹੈ ਤਾਂ ਇਹ ਪੈਰਾਬੋਲਿਕ ਰੂਪ ਵਿੱਚ ਆਉਂਦਾ ਹੈ ਅਤੇ ਅੰਤ ਮੂਲ ਤੱਕ ਪਹੁੰਚਦਾ ਹੈ। ਹਾਈਪਰਬੋਲਾ ਕੋਲ ਇੱਥੇ ਕੂਲਿੰਗ ਟਾਵਰਾਂ ਅਤੇ ਡਰਾਫਟ ਟਾਵਰਾਂ ਲਈ ਵਿਸ਼ੇਸ਼ ਐਪਲੀਕੇਸ਼ਨਾਂ ਹਨ। ਥਰਮਲ ਪਲਾਂਟਾਂ ਦੇ ਨੇੜੇ ਜੋ ਟਰਬਾਈਨ ਬਲੇਡਾਂ ਨੂੰ ਚਲਾਉਂਦੀ ਹੈ, ਇਸ ਭਾਫ਼ ਨੂੰ ਦੁਬਾਰਾ ਸੰਘਣਾ ਕਰਨਾ ਪੈਂਦਾ ਹੈ। ਭਾਫ਼ ਨੂੰ ਸੰਘਣਾ ਕਰਨ ਲਈ ਜਾਂ ਠੰਡਾ ਕਰਨ ਲਈ ਸਾਡੇ ਕੋਲ ਚਿਲਿੰਗ ਟਾਵਰ ਅਤੇ ਠੰਡੇ ਤਾਲਾਬ ਹੋਣਗੇ। ਅਤੇ ਇਸ ਹਾਈਪਰਬੋਲਿਕ ਕਾਈਟ ਦੇ ਟਾਵਰਾਂ ਤੋਂ ਗਰਮ ਪਾਣੀ ਛੱਡਿਆ ਜਾਵੇਗਾ। ਗਰਮ ਪਾਣੀ ਹਰ ਤਰ੍ਹਾਂ ਨਾਲ ਹੇਠਾਂ ਆ ਜਾਂਦਾ ਹੈ ਅਤੇ ਕੂਲੈਂਟ ਜਾਂ ਹਵਾ ਹਰ ਤਰ੍ਹਾਂ ਨਾਲ ਉੱਪਰ ਜਾਂਦੀ ਹੈ। ਇਸ ਲਈ ਇਸ ਉਦੇਸ਼ ਲਈ ਇੱਕ ਡਰਾਫਟ ਟਿਊਬ ਬਣਾਈ ਜਾਵੇਗੀ ਕਿ ਆਮ ਤੌਰ ਤੇ ਹਾਈਪਰਬੋਲਾ ਬਹੁਤ ਉਪਯੋਗੀ ਹੁੰਦੇ ਹਨ। ਇਸ ਲਈ ਇਹ ਇੱਕ ਕਿਸਮ ਦਾ ਕੂਲਿੰਗ ਟਾਵਰ ਥਰਮਲ ਪਲਾਂਟਾਂ ਲਈ ਵਰਤਿਆ ਜਾਂਦਾ ਹੈ ਅਤੇ ਕਰਵ ਦਾ ਬਾਹਰੀ ਹਾਈਪਰਬੋਲਾ ਦੇ ਹਿੱਸੇ ਨੂੰ ਦਰਸਾਉਂਦਾ ਹੈ। ਇਸ ਲਈ ਇਹ ਵੀ ਹਾਈਪਰਬੋਲਾ ਹੈ। ਇਹ ਵੀ ਹਾਈਪਰਬੋਲਾ ਹੈ। ਮੱਧ ਲਾਈਨ ਨੂੰ ਅਸੀਂ ਆਮ ਤੌਰ ਤੇ ਡਾਇਰੈਕਟ੍ਰਿਕਸ ਲਾਈਨਾਂ ਕਹਿੰਦੇ ਹਾਂ, ਜੋ ਅਸੀਂ ਬਾਅਦ ਵਿੱਚ ਸਿੱਖਾਂਗੇ। ਇਸੇ ਤਰ੍ਹਾਂ ਟੈਲੀਸਕੋਪਿਕ ਐਪਲੀਕੇਸ਼ਨਾਂ ਲਈ ਅਤੇ ਇੱਕ ਯੋਜਨਾ ਬਾਰੇ ਸਮਝਣਾ ਪੈਰਾਬੋਲਿਕ ਮਿਰਰਾਂ ਦਾ ਇੱਕ ਸੁਮੇਲ ਹੈ ਅਤੇ ਹਾਈਪਰਬੋਲਿਕ ਸ਼ੀਸ਼ੇ ਵੀ ਵਰਤੇ ਜਾਣਗੇ। ਇਹ ਇੱਕ ਪਾਸੇ ਇੱਕ ਟੈਲੀਸਕੋਪ ਹੈ, ਤੁਹਾਡੇ ਕੋਲ ਇੱਕ ਪੈਰਾਬੋਲਾ ਹੋਵੇਗਾ। ਸੋ ਇਸ ਲਈ ਇਹ ਸਾਰੀਆਂ ਕਿਰਨਾਂ ਇੱਕ ਬਿੰਦੂ ਤੇ ਫੋਕਸ ਕਰਨ ਵਾਲੀਆਂ ਹੀਟਾਂ ਆਉਂਦੀਆਂ ਹਨ ਅਤੇ ਉੱਥੋਂ ਪੁਆਇੰਟ ਹਾਈਪਰਬੋਲਿਕ ਸ਼ੀਸ਼ੇ ਨੂੰ ਵਰਤਿਆ ਜਾਵੇਗਾ। ਇਸ ਨੂੰ ਦੁਬਾਰਾ ਕਿਸੇ ਹੋਰ ਬਿੰਦੂ ਤੇ ਕੇਂਦਰਿਤ ਕੀਤਾ ਜਾਵੇਗਾ ਤਾਂ ਕਿ ਇਹ ਐਂਪਲੀਫਾਈਡ ਜਾਂ ਵਧਾਇਆ ਜਾ ਸਕੇਗਾ। ਤਸਵੀਰ ਇੱਕ ਪ੍ਰਾਪਤ ਕਰਨ ਦੇ ਹਿੱਸੇ ਵਿੱਚ ਹੋਵੇਗਾ। ਇਸ ਲਈ ਕਦੇ-ਕਦੇ ਉਹ ਇਹਨਾਂ ਪੈਰਾਬੋਲਾ ਹਾਈਪਰਬੋਲਾ ਸੰਜੋਗਾਂ ਦੀ ਵਰਤੋਂ ਵੀ ਕਰਦੇ ਹਨ। ਇੱਥੋਂ ਤੱਕ ਕਿ ਉਤਪਾਦਾਂ ਜਿਵੇਂ ਕਿ ਚਿਪਸ ਭੋਜਨ ਉਤਪਾਦਾਂ ਲਈ, ਖਾਸ ਤੌਰ ਤੇ ਬ੍ਰਾਂਡ ਨਾਮ ਜਿੱਥੇ ਤੁਸੀਂ ਬ੍ਰਿਨਜਲਸ ਕਹਿੰਦੇ ਹੋ, ਉਸ ਕਰਵ ਦੀ ਸ਼ਕਲ ਆਮ ਤੌਰ ਤੇ ਹਾਈਪਰਬੋਲਿਕ ਕਰਵ ਬਣਦੀ ਹੈ। ਜੇਕਰ ਅਸੀਂ ਮੈਥਮੈਟੀਕਲ ਪੱਧਰ ਤੇ ਸੰਖੇਪ ਕਰ ਰਹੇ ਹਾਂ, ਇਸ ਆਧਾਰ ਤੇ ਕਿ ਕੇਂਦਰ ਕਿੱਥੇ ਸਥਿਤ ਹੈ। ਇੱਕ ਚੱਕਰ ਦਾ ਇੱਕ ਫੰਕਸ਼ਨਲ ਫਾਰਮ ਹੁੰਦਾ ਹੈ। ਜੇਕਰ ਇਹ H ਅਤੇ K ਸਥਾਨ ਤੇ ਸਥਿਤ ਹੈ, ਉਦਾਹਰਨ ਲਈ ਇਹ ਤਾਲਮੇਲ ਧੁਰਾ ਹੈ, ਕਿਤੇ X ਅਤੇ H ਕੋਆਰਡੀਨੇਟਸ। ਜੇ ਇੱਕ ਸਰਕਲ ਡਰਾ ਕਰਨਾ ਹੈ ਤਾਂ ਇਹ x - h ਪੂਰਾ ਵਰਗ ਪਲਸ y - k ਪੂਰਾ ਵਰਗ ਚੱਕਰ ਦੇ ਘੇਰੇ ਦੇ ਬਰਾਬਰ ਹੈ। ਮਿਆਰੀ ਸੰਮੇਲਨ ਅਸੀਂ ਵਿਆਸ ਦਿਖਾਉਂਦੇ ਹਾਂ। ਘੇਰਾ r ਹੈ। ਇਹ x - h ਪੂਰਾ ਵਰਗ ਪਲਸ y - k ਵਰਗ ਬਰਾਬਰ ਹੈ r ਵਰਗ ਨੂੰ ਸੰਤੁਸ਼ਟ ਕਰਦਾ ਹੈ। ਜੇ ਇਹ ਇੱਕ ਪੈਰਾਬੋਲਾ ਹੈ, ਜੇਕਰ ਇਹ ਲੰਬਕਾਰੀ ਦਿਸ਼ਾ ਵਿੱਚ ਹੈ ਤਾਂ ਇਹ y - k ਬਰਾਬਰ ਹੈ a ਗੁਣਾ x - h ਵਰਗ ਨੂੰ ਸੰਤੁਸ਼ਟ ਕਰਦਾ ਹੈ। ਇਸ ਲਈ ਖਾਸ ਫਾਰਮੈਟ ਜੇ ਇਹ ਇਸ ਮੂਲ ਤੇ ਕੇਂਦਰਿਤ ਹੈ, ਇਸ ਬਿੰਦੂ ਤੋਂ ਲੰਘ ਰਹੇ ਪੈਰਾਬੋਲਾ ਹਨ। ਇਹ x ਕੋਆਰਡੀਨੇਟ ਹੈ। ਜੇ ਇਹ y ਕੋਆਰਡੀਨੇਟ ਹੈ, ਇਹ ਸੰਤੁਸ਼ਟ ਕਰਦਾ ਹੈ ਕਿ k ਬਰਾਬਰ 0 h ਬਰਾਬਰ 0 ਹੈ ਅਤੇ x ਬਰਾਬਰ ਹੈ 0 y ਬਰਾਬਰ ਹੈ ਇਸ ਬਿੰਦੂ 0 ਦੇ। ਇਸ ਲਈ ਇਹ ਇਸ ਮੂਲ ਵਿੱਚੋਂ ਲੰਘਦਾ ਹੈ ਅਤੇ ਉਹ ਸਮੀਕਰਨ y ਹੈ x ਵਰਗ ਦੇ ਵਾਂਗ ਹੈ।
ਕਈ ਵਾਰ ਪੈਰਾਬੋਲਾ ਹੁੰਦੇ ਹਨ ਜੋ ਜਾਂਦਾ ਹੈ y ਸ਼ਕਤੀ ਅੱਧੇ ਵਾਂਗ ਹੈ ਜਾਂ x y ਵਰਗ ਵਾਂਗ ਜਾਂਦਾ ਹੈ। ਉਸ ਕਿਸਮ ਦੇ ਪੈਰਾਬੋਲਾ ਲਈ ਅਸੀਂ x h ਬਰਾਬਰ ਹੈ a ਗੁਣਾ y k ਵਰਗ ਦੀ ਵਰਤੋਂ ਕਰਦੇ ਹਾਂ। ਤੀਜਾ, ਅੰਡਾਕਾਰ ਗਣਿਤਿਕ ਪਰਿਭਾਸ਼ਾ। ਇਹ ਸੰਤੁਸ਼ਟ ਕਰਦਾ ਹੈ x h ਪੂਰਾ ਵਰਗ ਬਟਾ a ਵਰਗ ਪਲਸ y k ਪੂਰਾ ਵਰਗ ਬਟਾ b ਵਰਗ 1 ਦੇ ਬਰਾਬਰ ਹੈ। ਇਸ ਲਈ ਜੇ ਅਸੀਂ ਇੱਕ ਅੰਡਾਕਾਰ ਲੈ ਰਹੇ ਹਾਂ, ਇਹ ਵੱਡਾ ਧੁਰਾ ਹੈ, ਇਹ ਛੋਟਾ ਧੁਰਾ ਹੈ, ਜਿਸ ਵਿੱਚ 2a ਰੇਡੀਅਸ 2b ਰੇਡੀਅਸ ਹਨ। ਸਮੀਕਰਨ ਜੋ ਸੰਤੁਸ਼ਟ ਕਰਦਾ ਹੈ ਉਹ ਹੈ x h ਪੂਰਾ ਵਰਗ ਬਟਾ a ਵਰਗ ਪਲਸ y k ਪੂਰਾ ਵਰਗ ਬਟਾ b ਵਰਗ। ਇਹ ਕਿਤੇ ਨਾ ਕਿਤੇ ਇੱਥੇ ਅਤੇ ਉੱਥੇ ਦੇ 2-4 ਸਾਈਡਾਂ ਹਨ। ਚੌਥਾ, ਹਾਈਪਰਬੋਲਾ ਹੈ। ਜੋ x h ਪੂਰਾ ਵਰਗ ਬਟਾ a ਵਰਗ ਮਾਈਨਸ y k ਪੂਰਾ ਵਰਗ ਬਟਾ b ਵਰਗ ਬਰਾਬਰ 1 ਨੂੰ ਸੰਤੁਸ਼ਟ ਕਰਦਾ ਹੈ। ਅਸੀਂ ਇਸ ਹਾਈਪਰਬੋਲਾ ਦਾ ਵਿਸ਼ੇਸ਼ ਉਸਾਰੀ ਦੇਖਾਂਗੇ, ਅੰਡਾਕਾਰ। ਹਾਈਪਰਬੋਲਾ ਦੇ ਹਮੇਸ਼ਾ 2 ਡਾਇਰੈਕਟ੍ਰਿਕਸ ਹੋਣਗੇ। ਅਸੀਂ ਅਗਲੀ ਕਲਾਸ ਵਿੱਚ ਫੋਕਲ ਪੁਆਇੰਟ ਤੋਂ ਡਾਇਰੈਕਟ੍ਰਿਕਸ ਅਤੇ ਇਸ ਫੋਕਲ ਪੁਆਇੰਟ ਤੋਂ ਉਸ ਕਰਵ ਦੇ ਕਿਸੇ ਵੀ ਬਿੰਦੂ ਤੱਕ ਦੀ ਦੂਰੀ ਦੇ ਵਿਚਕਾਰ ਸੰਬੰਧ ਨੂੰ ਸਮਝਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।